ਸਾਦਤ ਹਸਨ ਮੰਟੋ ਦੀ ਕਹਾਣੀ ਬਾਂਝ ਦਾ ਬਾਕੀ ਦਾ ਭਾਗ। ਸ਼ਾਮ ਨੂੰ ਜਦੋਂ ਜ਼ੋਹਰਾ ਨੂੰ ਸਕੂਲੋਂ ਵਾਪਸ ਲਿਆ ਰਿਹਾ ਸੀ, ਰਸਤੇ 'ਚ ਉਸ ਕੁੜੀ ਨੇ ਮੋਟਰ ਰੋਕਣ ਲਈ ਕਿਹਾ। ਉਹਨੇ ਜਦੋਂ ਮੋਟਰ ਰੋਕ ਲਈ ਤਾਂ ਜ਼ੋਹਰਾ ਨੇ ਨਿਹਾਇਤ ਗੰਭੀਰਤਾ ਨਾਲ ਕਿਹਾ, ਵੇਖੋ ਨਈਮ, ਅੱਗੇ ਤੋਂ ਤੁਸੀਂ ਅਜਿਹੀ ਹਰਕਤ ਕਦੇ ਨਹੀਂ ਕਰਨਾ। ਮੈਂ ਅਜੇ ਤੱਕ ਅੱਬਾ ਜੀ ਨਾਲ ਤੁਹਾਡੇ ਉਸ ਖੱਤ ਦਾ ਜ਼ਿਕਰ ਨਹੀਂ ਕੀਤਾ ਜੋ ਤੁਸੀਂ ਮੇਰੀ ਕਿਤਾਬ 'ਚ ਰੱਖ ਦਿੱਤਾ ਸੀ, ਪਰੰਤੂ ਜੇਕਰ ਫਿਰ ਤੁਸੀਂ ਅਜਿਹੀ ਹਰਕਤ ਕੀਤੀ ਤਾਂ ਮਜਬੂਰਨ ਉਹਨਾਂ ਨੂੰ ਸ਼ਿਕਾਇਤ ਕਰਨੀ ਪਏਗੀ, ਸਮਝੇ? ਚਲੋ ਹੁਣ ਮੋਟਰ ਚਲਾਓ। ਉਸ ਗੱਲ ਤੋਂ ਬਾਅਦ ਉਹਨੇ ਬਹੁਤ ਕੋਸ਼ਿਸ਼ ਕੀਤੀ ਕਿ ਡਿਪਟੀ ਸਾਹਿਬ ਦੀ ਨੌਕਰੀ ਛੱਡ ਦੇਵੇ, ਜ਼ੋਹਰਾ ਦੀ ਮੁਹੱਬਤ ਨੂੰ ਆਪਣੇ ਦਿਲੋਂ ਹਮੇਸ਼ਾ ਲਈ ਮਿਟਾ ਦੇਵੇ, ਪਰ ਉਹ ਕਾਮਯਾਬ ਨਾ ਹੋ ਸਕਿਆ। 1 ਮਹੀਨਾ ਇਸ ਕਸ਼ਮਕਸ਼ 'ਚ ਬੀਤ ਗਿਆ। ਇੱਕ ਦਿਨ ਉਹਨੇ ਫਿਰ ਹਿੰਮਤ ਤੋਂ ਕੰਮ ਲੈ ਕੇ ਖੱਤ ਲਿਖਿਆ ਤੇ ਜ਼ੋਹਰਾ ਦੀ ਕਿਤਾਬ 'ਚ ਰੱਖ ਕੇ ਆਪਣੀ ਕਿਸਮਤ ਦੇ ਫੈਸਲੇ ਦਾ ਇੰਤਜ਼ਾਰ ਕਰਨ ਲੱਗਾ। ਉਹਨੂੰ ਯਕੀਨ ਸੀ ਕਿ ਦੂਜੇ ਦਿਨ ਸਵੇਰੇ ਉਹਨੂੰ ਨੌਕਰੀ ਤੋਂ ਬਰਤਰਫ ਕਰ ਦਿੱਤਾ ਜਾਏਗਾ, ਪਰ ਅਜਿਹਾ ਨਹੀਂ ਹੋਇਆ। ਸ਼ਾਮ ਨੂੰ ਸਕੂਲ ਤੋਂ ਵਾਪਸ ਆਉਂਦੇ ਜ਼ੋਹਰਾ ਉਸ ਨਾਲ ਹਮ ਕਲਾਮ ਹੋਈ। ਇੱਕ ਵਾਰ ਫਿਰ ਉਹਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਰਹਿਣ ਲਈ ਕਿਹਾ। ਜੇਕਰ ਤੁਹਾਨੂੰ ਆਪਣੀ ਇੱਜ਼ਤ ਦਾ ਖਿਆਲ ਨਹੀਂ, ਘੱਟੋ ਘੱਟ ਮੇਰੀ ਇੱਜ਼ਤ ਦਾ ਤਾਂ ਕੁਝ ਖਿਆਲ ਤੁਹਾਨੂੰ ਹੋਣਾ ਚਾਹੀਦਾ। ਇਹ ਉਹਨੇ ਇੱਕ ਵਾਰ ਫਿਰ ਉਹਨੂੰ ਕੁਝ ਗੰਭੀਰਤਾ ਅਤੇ ਸੰਜੀਦਗੀ ਨਾਲ ਕਿਹਾ ਕਿ ਨਈਮ ਦੀਆਂ ਸਾਰੀਆਂ ਉਮੀਦਾਂ ਟੁੱਟ ਗਈਆਂ। ਉਹਨੇ ਪੱਕਾ ਮਨ ਬਣਾ ਲਿਆ ਕਿ ਨੌਕਰੀ ਛੱਡ ਦੇਵੇਗਾ ਅਤੇ ਲਖਨਊ ਛੱਡ ਕੇ ਹਮੇਸ਼ਾ ਲਈ ਚਲਾ ਜਾਏਗਾ। ਮਹੀਨੇ ਦੇ ਅਖੀਰ 'ਚ ਨੌਕਰੀ ਛੱਡਣ ਤੋਂ ਪਹਿਲਾਂ ਉਹਨੇ ਆਪਣੀ ਕੋਠੜੀ 'ਚ ਲਾਲਟੈਨ ਦੀ ਮੱਧਮ ਰੌਸ਼ਨੀ 'ਚ ਜ਼ੋਹਰਾ ਨੂੰ ਆਖਰੀ ਖੱਤ ਲਿਖਿਆ। ਉਸ 'ਚ ਉਹਨੇ ਨਿਹਾਇਤ ਦਰਦ ਭਰੇ ਲਹਿਜੇ 'ਚ ਉਹਨੂੰ ਕਿਹਾ, ਜ਼ੋਹਰਾ, ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਤੁਹਾਡੇ ਕਹੇ 'ਤੇ ਅਮਲ ਕਰ ਸਕਾਂ, ਪਰ ਦਿਲ 'ਤੇ ਮੇਰਾ ਅਖਤਿਆਰ ਨਹੀਂ ਹੈ। ਇਹ ਮੇਰਾ ਆਖਰੀ ਖੱਤ ਹੈ। ਕੱਲ੍ਹ ਸ਼ਾਮ ਨੂੰ ਮੈਂ ਲਖਨਊ ਛੱਡ ਦਿਆਂਗਾ, ਇਸ ਲਈ ਤੈਨੂੰ ਆਪਣੇ ਵਾਲਿਦ ਸਾਹਿਬ ਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ। ਤੁਹਾਡੀ ਖਾਮੋਸ਼ੀ ਮੇਰੀ ਕਿਸਮਤ ਦਾ ਫੈਸਲਾ ਕਰ ਦੇਵੇਗੀ, ਪਰ ਇਹ ਖਿਆਲ ਨਾ ਕਰਨਾ ਕਿ ਤੁਹਾਡੇ ਤੋਂ ਦੂਰ ਰਹਿ ਕੇ ਤੁਹਾਨੂੰ ਮੁਹੱਬਤ ਨਹੀਂ ਕਰਾਂਗਾ। ਮੈਂ ਜਿੱਥੇ ਕਿਤੇ ਵੀ ਰਹਾਂਗਾ, ਮੇਰਾ ਦਿਲ ਤੁਹਾਡੇ ਕਦਮਾਂ 'ਚ ਹੋਏਗਾ। ਮੈਂ ਹਮੇਸ਼ਾ ਉਹਨਾਂ ਦਿਨਾਂ ਨੂੰ ਯਾਦ ਕਰਦਾ ਰਹਾਂਗਾ ਜਦੋਂ ਮੈਂ ਮੋਟਰ ਆਹਿਸਤਾ ਆਹਿਸਤਾ ਚਲਾਉਂਦਾ ਸੀ ਕਿ ਤੁਹਾਨੂੰ ਧੱਕਾ ਨਾ ਲੱਗੇ। ਮੈਂ ਇਹਦੇ ਸਿਵਾ ਹੋਰ ਤੁਹਾਡੇ ਲਈ ਕਰ ਹੀ ਕੀ ਸਕਦਾ ਸੀ। ਇਹ ਖੱਤ ਵੀ ਉਹਨੇ ਮੌਕਾ ਪਾ ਕੇ ਉਸ ਕਿਤਾਬ 'ਚ ਰੱਖ ਦਿੱਤਾ। ਸਵੇਰ ਨੂੰ ਜ਼ੋਹਰਾ ਨੇ ਸਕੂਲ ਜਾਂਦੇ ਹੋਏ ਉਸ ਨਾਲ ਕੋਈ ਗੱਲ ਨਾ ਕੀਤੀ। ਸ਼ਾਮ ਨੂੰ ਵੀ ਰਸਤੇ 'ਚ ਉਹਨੇ ਕੁਛ ਨਾ ਕਿਹਾ, ਇਸ ਲਈ ਉਹ ਬਿਲਕੁਲ ਨਾਉਮੀਦ ਹੋ ਕੇ ਆਪਣੀ ਕੋਠੜੀ 'ਚ ਚਲਾ ਆਇਆ। ਜੋ ਥੋੜ੍ਹਾ ਬਹੁਤ ਅਸਬਾਬ ਉਹਦੇ ਕੋਲ ਸੀ, ਬੰਨ੍ਹ ਕੇ ਉਹਨੇ ਇੱਕ ਪਾਸੇ ਰੱਖ ਦਿੱਤਾ ਅਤੇ ਲਾਲਟਨ ਦੀ ਅੰਨੀ ਰੌਸ਼ਨੀ 'ਚ ਚਾਰਪਾਈ 'ਤੇ ਬੈਠ ਕੇ ਸੋਚਣ ਲੱਗਾ ਕਿ ਜ਼ੋਹਰਾ ਅਤੇ ਉਹਦੇ ਦਰਮਿਆਨ ਕਿੰਨਾ ਵੱਡਾ ਫਾਸਲਾ ਹੈ। ਉਹ ਬੇਹੱਦ ਦਲਗੀਰ ਸੀ, ਆਪਣੀ ਪੋਜੀਸ਼ਨ ਤੋਂ ਚੰਗੀ ਤਰ੍ਹਾਂ ਵਾਕਫ ਸੀ। ਉਹਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਹ ਇੱਕ ਅਦਨਾ ਦਰਜੇ ਦਾ ਮੁਲਾਜ਼ਮ ਹੈ ਅਤੇ ਆਪਣੇ ਆਕਾ ਦੀ ਕੁੜੀ ਨਾਲ ਮੁਹੱਬਤ ਕਰਨ ਦਾ ਕੋਈ ਹੱਕ ਨਹੀਂ ਰੱਖਦਾ, ਪਰੰਤੂ ਇਹਦੇ ਬਾਵਜੂਦ ਕਦੇ-ਕਦੇ ਬੇਇਖਤਿਆਰ ਉਹਨੂੰ ਮੁਹੱਬਤ ਕਰਦਾ ਹੈ। ਇਸ ਵਿੱਚ ਉਹਦਾ ਕੀ ਕਸੂਰ ਹੈ? ਫਿਰ ਉਹਦੀ ਮੁਹੱਬਤ ਫਰੇਬ ਤਾਂ ਨਹੀਂ? ਉਹ ਇਸ ਉਧੇੜ-ਬੁਣ 'ਚ ਸੀ ਕਿ ਅੱਧੀ ਰਾਤ ਦੇ ਕਰੀਬ ਉਹਦੀ ਕੋਠੜੀ ਦੇ ਦਰਵਾਜ਼ੇ ਉੱਤੇ ਦਸਤਕ ਹੋਈ। ਉਹਦਾ ਦਿਲ ਧੱਕ ਕਰਕੇ ਰਹਿ ਗਿਆ, ਪਰੰਤੂ ਫਿਰ ਉਹਨੇ ਖਿਆਲ ਕੀਤਾ ਕਿ ਮਾਲੀ ਹੋਏਗਾ। ਮੁਮਕਿਨ ਹੈ ਉਹਦੇ ਘਰ 'ਚ ਕੋਈ ਅਚਾਨਕ ਬਿਮਾਰ ਪੈ ਗਿਆ ਹੋਵੇ ਅਤੇ ਉਹਨੂੰ ਮਦਦ ਲੈਣ ਲਈ ਆਇਆ ਹੋਵੇ। ਪਰੰਤੂ ਜਦੋਂ ਉਹਨੇ ਦਰਵਾਜ਼ਾ ਖੋਲ੍ਹਿਆ, ਜ਼ੋਹਰਾ ਸਾਹਮਣੇ ਖੜੀ ਸੀ। ਜੀ ਹਾਂ, ਜ਼ੋਹਰਾ ਦਸੰਬਰ ਦੀ ਸਰਦੀ 'ਚ ਸ਼ਾਲ ਦੇ ਬਿਨਾਂ ਉਹਦੇ ਸਾਹਮਣੇ ਖੜੀ ਸੀ। ਉਹਦੀ ਜ਼ਬਾਨ ਗੂੰਗੀ ਹੋ ਗਈ। ਉਹਦੀ ਸਮਝ 'ਚ ਨਹੀਂ ਆਉਂਦਾ ਸੀ ਕੀ ਕਹੇ। ਕੁਝ ਪਲ ਕਬਰ ਵਰਗੀ ਖਾਮੋਸ਼ੀ 'ਚ ਬੀਤ ਗਏ। ਆਖਰ ਜ਼ੋਹਰਾ ਦੇ ਹੋਠ ਹਿੱਲੇ। ਥਰਥਰਾਉਂਦੇ ਹੋਏ ਲਹਿਜੇ 'ਚ ਉਹਨੇ ਕਿਹਾ, ਨਹੀਂ, ਮੈਂ ਤੁਹਾਡੇ ਕੋਲ ਆ ਗਈ ਹਾਂ। ਦੱਸੋ ਹੁਣ ਤੁਸੀਂ ਕੀ ਚਾਹੁੰਦੇ ਹੋ? ਪਰੰਤੂ ਇਹ ਤੋਂ ਪਹਿਲਾਂ ਕਿ ਤੁਹਾਡੀ ਇਸ ਕੋਠੜੀ 'ਚ ਵੜਾਂ, ਮੈਂ ਤੁਹਾਨੂੰ ਕੁਝ ਸਵਾਲ ਕਰਨਾ ਚਾਹੁੰਦੀ ਹਾਂ। ਨਈਮ ਖਾਮੋਸ਼ ਰਿਹਾ, ਪਰੰਤੂ ਜ਼ੋਹਰਾ ਉਹਨੂੰ ਪੁੱਛਣ ਲੱਗੀ, ਕਿ ਵਾਕਈ ਤੁਸੀਂ ਮੈਨੂੰ ਮੁਹੱਬਤ ਕਰਦੇ ਹੋ? ਨਈਮ ਨੂੰ ਜਿਵੇਂ ਠੇਸ ਜਿਹੀ ਲੱਗੀ। ਉਹਦਾ ਚਿਹਰਾ ਤਮ-ਤਮਾ ਉੱਠਿਆ। ਜ਼ੋਹਰਾ, ਤੁਸੀਂ ਅਜਿਹਾ ਸਵਾਲ ਕੀਤਾ ਜਿਹਦਾ ਜਵਾਬ ਜੇਕਰ ਮੈਂ ਦੇਵਾਂ ਤਾਂ ਮੇਰੀ ਮੁਹੱਬਤ ਦੀ ਤੋਹੀਨ ਹੋਏਗਾ। ਮੈਂ ਤੁਹਾਨੂੰ ਪੁੱਛਦਾ, ਕੀ ਮੈਂ ਮੁਹੱਬਤ ਨਹੀਂ ਕਰਦਾ? ਜ਼ੋਹਰਾ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਅਤੇ ਥੋੜ੍ਹੀ ਦੇਰ ਖਾਮੋਸ਼ ਰਹਿ ਕੇ ਆਪਣਾ ਦੂਜਾ ਸਵਾਲ, ਮੇਰੇ ਬਾਪ ਦੇ ਕੋਲ ਦੌਲਤ ਹੈ, ਪਰ ਮੇਰੇ ਕੋਲ ਇੱਕ ਫੁੱਟੀ ਕੌਡੀ ਵੀ ਨਹੀਂ। ਜੋ ਕੁਝ ਮੇਰਾ ਕਿਹਾ ਜਾਂਦਾ ਹੈ, ਮੇਰਾ ਨਹੀਂ ਹੈ, ਉਹਨਾਂ ਦਾ ਹੈ। ਕੀ ਤੂੰ ਮੈਨੂੰ ਦੌਲਤ ਦੇ ਬਗੈਰ ਵੀ ਉਹੋ ਜਿਹੀ ਅਜੀਜ਼ ਸਮਝੇਗਾ? ਨਈਮ ਬਹੁਤ ਜਜ਼ਬਾਤੀ ਆਦਮੀ ਸੀ, ਇਸ ਲਈ ਉਸ ਸਵਾਲ ਨੇ ਵੀ ਉਹਦੇ ਵਕਾਰ ਨੂੰ ਜ਼ਖਮੀ ਕੀਤਾ।
ਬੜੇ ਦੁੱਖ ਭਰੇ ਲਹਿਜੇ 'ਚ ਉਹਨੇ ਜ਼ੋਰਾ ਨੂੰ ਕਿਹਾ, ਜ਼ੋਰਾ, ਖੁਦਾ ਲਈ ਮੈਥੋਂ ਅਜਿਹੀਆਂ ਗੱਲਾਂ ਨਾ ਪੁੱਛੋ ਜਿਨ੍ਹਾਂ ਦਾ ਜਵਾਬ ਇੰਨਾ ਆਮ ਹੋ ਚੁੱਕਿਆ ਕਿ ਤੈਨੂੰ 3rd ਕਲਾਸ ਇਸ਼ਕੀਆ ਨਾਵਲਾਂ 'ਚ ਵੀ ਮਿਲ ਸਕਦਾ ਹੈ। ਜ਼ੋਹਰਾ ਉਹਦੀ ਕੋਠੜੀ 'ਚ ਦਾਖਲ ਹੋ ਗਈ ਅਤੇ ਉਹਦੀ ਚਾਰਪਾਈ 'ਤੇ ਬੈਠ ਕੇ ਕਹਿਣ ਲੱਗੀ, ਮੈਂ ਤੁਹਾਡੀ ਹਾਂ ਅਤੇ ਹਮੇਸ਼ਾ ਤੁਹਾਡੀ ਰਹਾਂਗੀ। ਜ਼ੋਹਰਾ ਨੇ ਆਪਣਾ ਕੌਲ ਪੂਰਾ ਕੀਤਾ। ਜਦੋਂ ਦੋਵੇਂ ਲਖਨਊ ਛੱਡ ਕੇ ਦਿੱਲੀ ਚਲੇ ਆਏ, ਸ਼ਾਦੀ ਕਰਕੇ ਇੱਕ ਛੋਟੇ ਜਿਹੇ ਮਕਾਨ 'ਚ ਰਹਿਣ ਲੱਗੇ, ਤਾਂ ਡਿਪਟੀ ਸਾਹਿਬ ਲੱਭਦੇ ਲੱਭਦੇ ਉੱਥੇ ਪਹੁੰਚ ਗਏ। ਨਈਮ ਨੂੰ ਨੌਕਰੀ ਮਿਲ ਗਈ ਸੀ, ਇਸ ਲਈ ਉਹ ਘਰ 'ਚ ਨਹੀਂ ਸੀ ਅਤੇ ਡਿਪਟੀ ਸਾਹਿਬ ਨੇ ਜ਼ੋਹਰਾ ਨੂੰ ਬਹੁਤ ਬੁਰਾ ਭਲਾ ਕਿਹਾ। ਉਹਨਾਂ ਦੀ ਸਾਰੀ ਇੱਜ਼ਤ ਖਾਕ 'ਚ ਮਿਲ ਗਈ ਸੀ। ਉਹ ਚਾਹੁੰਦੇ ਸਨ ਕਿ ਜ਼ੋਹਰਾ ਨਈਮ ਨੂੰ ਛੱਡ ਦੇ ਅਤੇ ਜੋ ਕੁਝ ਹੋ ਚੁੱਕਿਆ ਉਹਨੂੰ ਭੁੱਲ ਜਾਏ। ਉਹ ਨਈਮ ਨੂੰ 2-3 ਹਜ਼ਾਰ ਰੁਪਇਆ ਦੇਣ ਲਈ ਵੀ ਤਿਆਰ ਸਨ, ਪਰ ਉਹਨਾਂ ਨੂੰ ਨਾਕਾਮ ਪਰਤਣਾ ਪਿਆ, ਇਸ ਲਈ ਕਿ ਜ਼ੋਹਰਾ ਨਈਮ ਨੂੰ ਕਿਸੇ ਕੀਮਤ 'ਤੇ ਵੀ ਛੱਡਣ ਲਈ ਤਿਆਰ ਨਹੀਂ ਹੋਈ। ਉਹਨੇ ਆਪਣੇ ਬਾਪ ਨੂੰ ਕਿਹਾ, ਅੱਬਾ ਜੀ, ਮੈਂ ਨਈਮ ਦੇ ਨਾਲ ਬਹੁਤ ਖੁਸ਼ ਹਾਂ। ਤੁਸੀਂ ਇਹ ਤੋਂ ਚੰਗਾ ਸ਼ੌਹਰ ਮੇਰੇ ਲਈ ਕਦੇ ਤਲਾਸ਼ ਨਾ ਕਰ ਸਕਦੇ। ਮੈਂ ਅਤੇ ਉਹ ਤੁਹਾਤੋਂ ਕੁਝ ਨਹੀਂ ਮੰਗਦੇ। ਜੇਕਰ ਤੁਸੀਂ ਸਾਨੂੰ ਦੁਆਵਾਂ ਦੇ ਸਕੋ ਤਾਂ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਡਿਪਟੀ ਸਾਹਿਬ ਨੇ ਜਦੋਂ ਇਹ ਗੱਲ ਸੁਣੀ ਤਾਂ ਬਹੁਤ ਗੁੱਸੇ 'ਚ ਆ ਗਏ। ਉਹਨਾਂ ਨੇ ਨਈਮ ਨੂੰ ਕੈਦ ਕਰਾ ਦੇਣ ਦੀ ਧਮਕੀ ਵੀ ਦਿੱਤੀ, ਪਰ ਜ਼ੋਹਰਾ ਨੇ ਸਾਫ਼-ਸਾਫ਼ ਕਹਿ ਦਿੱਤਾ, ਅੱਬਾ ਜੀ, ਇਸ 'ਚ ਨਈਮ ਦਾ ਕੀ ਕਸੂਰ ਹੈ? ਸੱਚ ਤਾਂ ਇਹ ਹੈ ਕਿ ਅਸੀਂ ਦੋਵੇਂ ਬੇਕਸੂਰ ਹਾਂ। ਫਿਰ ਅਸੀਂ ਇੱਕ ਦੂਜੇ ਨਾਲ ਮੁਹੱਬਤ ਜ਼ਰੂਰ ਕਰਦੇ ਹਾਂ। ਉਹ ਮੇਰਾ ਸ਼ੌਹਰ ਹੈ, ਇਹ ਕੋਈ ਕਸੂਰ ਨਹੀਂ ਹੈ। ਮੈਂ ਨਾਬਾਲਗ ਨਹੀਂ ਹਾਂ। ਡਿਪਟੀ ਸਾਹਿਬ ਅਕਲਮੰਦ ਸਨ, ਫੌਰਨ ਸਮਝ ਗਏ ਕਿ ਜਦੋਂ ਉਹਨਾਂ ਦੀ ਧੀ ਹੀ ਰਜ਼ਾਮੰਦ ਹੈ ਤਾਂ ਨਈਮ ਉੱਤੇ ਕਿਵੇਂ ਜੁਰਮ ਆਇਦ ਹੋ ਸਕਦਾ ਹੈ। ਇਸ ਲਈ ਉਹ ਜ਼ੋਹਰਾ ਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ। ਕੁਝ ਅਰਸੇ ਤੋਂ ਬਾਅਦ ਡਿਪਟੀ ਸਾਹਿਬ ਨੇ ਵੱਖ-ਵੱਖ ਲੋਕਾਂ ਰਾਹੀਂ ਨਈਮ ਉੱਤੇ ਦਬਾਅ ਪਾਉਣ ਅਤੇ ਉਹਨੂੰ ਰੁਪਏ ਪੈਸੇ ਦਾ ਲਾਲਚ ਦੇਣ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ ਰਹੇ। ਦੋਵਾਂ ਦੀ ਜ਼ਿੰਦਗੀ ਬੜੇ ਮਜ਼ੇ 'ਚ ਬੀਤ ਰਹੀ ਸੀ। ਚਾਹੇ ਨਈਮ ਦੀ ਆਮਦਨ ਬਹੁਤ ਹੀ ਘੱਟ ਸੀ, ਜ਼ੋਹਰਾ ਨੂੰ ਜੋ ਲਾਡ ਮਲ੍ਹਾਰਾਂ 'ਚ ਪਲੀ ਸੀ, ਤਨ 'ਤੇ ਖੁਰਦਰੇ ਕੱਪੜੇ ਪਹਿਨਣੇ ਪੈਂਦੇ ਸਨ, ਆਪਣੇ ਹੱਥਾਂ ਨਾਲ ਸਭ ਕੰਮ ਕਰਨੇ ਪੈਂਦੇ ਸਨ, ਪਰ ਉਹ ਖੁਸ਼ ਸੀ ਅਤੇ ਖੁਦ ਨੂੰ ਇੱਕ ਨਵੀਂ ਦੁਨੀਆ 'ਚ ਮਹਿਸੂਸ ਕਰਦੀ ਸੀ। ਉਹ ਬਹੁਤ ਸੁਖੀ ਸੀ, ਬਹੁਤ ਸੁਖੀ। ਨਈਮ ਵੀ ਬਹੁਤ ਖੁਸ਼ ਸੀ। ਪਰ ਇੱਕ ਦਿਨ ਖੁਦਾ ਦੀ ਕਰਨੀ ਅਜਿਹਾ ਹੋਇਆ, ਜ਼ੋਹਰਾ ਦੇ ਸੀਨੇ 'ਚ ਸੋਲ ਉੱਠਿਆ। ਪਹਿਲਾਂ ਇਹਦੇ ਕਿ ਨਈਮ ਉਹਦੇ ਲਈ ਕੁਝ ਕਰ ਸਕੇ, ਉਹ ਇਸ ਦੁਨੀਆ ਤੋਂ ਚਾਲੇ ਪਾ ਗਈ ਅਤੇ ਨਈਮ ਦੀ ਦੁਨੀਆ ਹਮੇਸ਼ਾ ਲਈ ਹਨੇਰੀ ਹੋ ਗਈ। ਇਹ ਦਾਸਤਾਂ ਉਹਨੇ ਰੁਕ ਰੁਕ ਕੇ ਅਤੇ ਖੁਦ ਮਜ਼ੇ ਲੈ ਲੈ ਕੇ ਕਰੀਬਨ 4 ਘੰਟਿਆਂ 'ਚ ਸੁਣਾਈ। ਜਦੋਂ ਆਪਣਾ ਦਿਲ ਦਾ ਹਾਲ ਸੁਣਾ ਚੁੱਕਿਆ ਤਾਂ ਉਹਦਾ ਚਿਹਰਾ ਬਜਾਏ ਜ਼ਰਦ ਹੋਣ ਦੇ ਤਮ-ਤਮਾ ਉੱਠਿਆ, ਜਿਵੇਂ ਉਹਦੇ ਅੰਦਰ ਆਹਿਸਤਾ-ਆਹਿਸਤਾ ਕਿਸੇ ਨੇ ਖੂਨ ਦਾਖਲ ਕਰ ਦਿੱਤਾ। ਪਰੰਤੂ ਉਹਦੀਆਂ ਅੱਖਾਂ 'ਚ ਅੱਥਰੂ ਸਨ ਅਤੇ ਉਹਦਾ ਹਲਕ ਸੁੱਕ ਗਿਆ ਸੀ। ਦਾਸਤਾਂ ਜਦੋਂ ਖ਼ਤਮ ਹੋਈ ਤਾਂ ਫੌਰਨ ਉੱਠ ਖੜ੍ਹਾ ਹੋਇਆ, ਜਿਵੇਂ ਉਹਨੂੰ ਬਹੁਤ ਜਲਦੀ, ਅਤੇ ਕਹਿਣ ਲੱਗਾ, ਮੈਂ ਬਹੁਤ ਗਲਤੀ ਕੀਤੀ ਜੋ ਤੁਹਾਨੂੰ ਆਪਣੀ ਮੁਹੱਬਤ ਦੀ ਦਾਸਤਾਂ ਸੁਣਾ ਦਿੱਤੀ। ਮੈਂ ਬਹੁਤ ਗਲਤੀ ਕੀਤੀ। ਜ਼ੋਹਰਾ ਦਾ ਜ਼ਿਕਰ ਸਿਰਫ ਮੇਰੇ ਤੱਕ ਮਹਿਦੂਦ ਰਹਿਣਾ ਚਾਹੀਦਾ ਸੀ, ਪਰੰਤੂ ਉਹਦੀ ਆਵਾਜ਼ ਭਰੜਾ ਗਈ। ਮੈਂ ਜ਼ਿੰਦਾ ਹਾਂ ਅਤੇ ਇਹ ਤੋਂ ਅੱਗੇ ਉਹ ਕੁਛ ਨਾ ਕਹਿ ਸਕਿਆ। ਜਲਦੀ ਨਾਲ ਮੇਰਾ ਹੱਥ ਦਬਾ ਕੇ ਕਮਰੇ ਤੋਂ ਬਾਹਰ ਚਲਾ ਗਿਆ। ਨਈਮ ਨਾਲ ਫਿਰ ਮੇਰੀ ਮੁਲਾਕਾਤ ਨਹੀਂ ਹੋਈ। ਅਪੋਲੋ ਬੰਦਰ 'ਤੇ ਕਈ ਵਾਰ ਉਹਦੀ ਤਲਾਸ਼ 'ਚ ਗਿਆ, ਪਰ ਉਹ ਨਹੀਂ ਮਿਲਿਆ। 6 ਜਾਂ 7 ਮਹੀਨੇ ਤੋਂ ਬਾਅਦ ਉਹਦਾ ਇੱਕ ਖੱਤ ਮੈਨੂੰ ਮਿਲਿਆ, ਜੋ ਮੈਂ ਇੱਥੇ ਨਕਲ ਕਰ ਰਿਹਾ ਹਾਂ। ਸਾਹਿਬ, ਤੁਹਾਨੂੰ ਯਾਦ ਹੋਏਗਾ, ਮੈਂ ਤੁਹਾਡੇ ਮਕਾਨ ਉੱਤੇ ਆਪਣੀ ਮੁਹੱਬਤ ਦੀ ਦਾਸਤਾਂ ਸੁਣਾਈ ਸੀ। ਉਹ ਮਹਿਜ਼ ਕਹਾਣੀ ਸੀ, ਇੱਕ ਝੂਠੀ ਕਹਾਣੀ। ਕੋਈ ਜ਼ੋਹਰਾ ਹੈ ਨਾ ਨਈਮ। ਮੈਂ ਉਂਝ ਮੌਜੂਦ ਤਾਂ ਹਾਂ, ਪਰ ਉਹ ਨਈਮ ਨਹੀਂ ਆ ਜਿਹਨੇ ਜ਼ੋਹਰਾ ਨਾਲ ਮੁਹੱਬਤ ਕੀਤੀ ਸੀ। ਤੁਸੀਂ ਇੱਕ ਵਾਰ ਕਿਹਾ ਸੀ, ਕਈ ਲੋਕ ਅਜਿਹੇ ਵੀ ਹੁੰਦੇ ਹੈ ਜੋ ਮੁਹੱਬਤ ਦੇ ਮਾਮਲੇ 'ਚ ਬਾਂਝ ਹੁੰਦੇ ਹੈ। ਮੈਂ ਵੀ ਉਹਨਾਂ ਬਦਕਿਸਮਤ ਬੰਦਿਆਂ 'ਚੋਂ ਇੱਕ ਹਾਂ ਜਿਹਦੀ ਸਾਰੀ ਜਵਾਨੀ ਆਪਣਾ ਦਿਲ ਪਰਚਾਉਣ 'ਚ ਬੀਤ ਗਈ। ਜ਼ੋਹਰਾ ਨਾਲ ਨਈਮ ਦੀ ਮੁਹੱਬਤ ਇੱਕ ਦਿਲੀ ਪਹਿਲਾਵਾ ਸੀ, ਅਤੇ ਜ਼ੋਹਰਾ ਦੀ ਮੌਤ, ਮੈਂ ਅਜੇ ਤੱਕ ਨਹੀਂ ਸਮਝ ਸਕਿਆ ਕਿ ਮੈਂ ਉਹਨੂੰ ਕਿਉਂ ਮਾਰ ਦਿੱਤਾ। ਬਹੁਤ ਮੁਮਕਿਨ ਹੈ ਕਿ ਇਸ 'ਚ ਵੀ ਮੇਰੀ ਜ਼ਿੰਦਗੀ ਦੀ ਸਿਆਹੀ ਦਾ ਦਖਲ ਹੋਵੇ। ਮੈਨੂੰ ਪਤਾ ਨਹੀਂ ਤੁਸੀਂ ਮੇਰੀ ਕਹਾਣੀ ਨੂੰ ਝੂਠਾ ਸਮਝਿਆ ਜਾਂ ਸੱਚਾ, ਪਰੰਤੂ ਮੈਂ ਤੁਹਾਨੂੰ ਇੱਕ ਅਜੀਬੋ-ਗਰੀਬ ਗੱਲ ਦੱਸਦਾ ਕਿ ਮੈਂ, ਯਾਨੀ ਇਸ ਝੂਠੀ ਕਹਾਣੀ ਦੇ ਸਿਰਜਕ ਨੇ, ਇਹਨੂੰ ਬਿਲਕੁਲ ਸੱਚਾ ਸਮਝਿਆ, 100% ਹਕੀਕਤ 'ਤੇ ਆਧਾਰਿਤ। ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਮੈਂ ਵਾਕਈ ਜ਼ੋਹਰਾ ਨਾਲ ਮੁਹੱਬਤ ਕੀਤੀ ਹੈ।
ਉਹ ਸੱਚਮੁੱਚ ਮਰ ਚੁੱਕੀ ਹੈ। ਤੁਹਾਨੂੰ ਇਹ ਸੁਣ ਕੇ ਹੋਰ ਵੀ ਹੈਰਾਨੀ ਹੋਏਗੀ। ਜਿਵੇਂ ਜਿਵੇਂ ਵਕਤ ਬੀਤਦਾ ਗਿਆ, ਉਸ ਕਹਾਣੀ ਦੇ ਅੰਦਰ ਹਕੀਕਤ ਦਾ ਅੰਸ਼ ਜ਼ਿਆਦਾ ਹੁੰਦਾ ਗਿਆ ਤੇ ਜ਼ੋਹਰਾ ਦੀ ਆਵਾਜ਼, ਉਹਦਾ ਹਾਸਾ ਵੀ ਮੇਰੇ ਕੰਨਾਂ 'ਚ ਗੂੰਜਣ ਲੱਗਾ। ਮੈਂ ਉਹਦੇ ਸਾਹ ਦੀ ਗਰਮੀ ਤੱਕ ਮਹਿਸੂਸ ਕਰਨ ਲੱਗਿਆ। ਕਹਾਣੀ ਦਾ ਹਰ ਕਣ ਜਾਨਦਾਰ ਹੋ ਗਿਆ ਤੇ ਮੈਂ ਇਵੇਂ ਆਪਣੀ ਕਬਰ ਆਪਣੇ ਹੱਥਾਂ ਨਾਲ ਪੱਟੀ। ਜ਼ੋਹਰਾ ਕਹਾਣੀ ਨਹੀਂ, ਠੀਕ ਹੈ, ਪਰ ਮੈਂ ਤਾਂ ਕਹਾਣੀ ਹਾਂ। ਉਹ ਮਰ ਚੁੱਕੀ ਹੈ, ਇਸ ਲਈ ਮੈਨੂੰ ਵੀ ਮਰ ਜਾਣਾ ਚਾਹੀਦਾ ਹੈ। ਇਹ ਖੱਤ ਤੁਹਾਨੂੰ ਮੇਰੀ ਮੌਤ ਤੋਂ ਬਾਅਦ ਮਿਲੇਗਾ। ਅਲਵਿਦਾ। ਜ਼ੋਹਰਾ ਮੈਨੂੰ ਜ਼ਰੂਰ ਮਿਲੇਗੀ। ਕਿੱਥੇ, ਇਹ ਮੈਨੂੰ ਪਤਾ ਨਹੀਂ। ਮੈਂ ਇਹ ਕੁਝ ਸਤਰਾਂ ਸਿਰਫ ਇਸ ਲਈ ਤੁਹਾਨੂੰ ਲਿਖ ਦਿੱਤੀਆਂ ਕਿ ਤੁਸੀਂ ਕਹਾਣੀਕਾਰ ਹੋ। ਜੇਕਰ ਇਸ ਤੋਂ ਤੁਸੀਂ ਕਹਾਣੀ ਤਿਆਰ ਕਰ ਲਓ ਤਾਂ ਤੁਹਾਨੂੰ 7-8 ਰੁਪਏ ਮਿਲ ਜਾਣਗੇ, ਕਿਉਂਕਿ ਇੱਕ ਵਾਰ ਤੁਸੀਂ ਕਿਹਾ ਸੀ ਕਿ ਕਹਾਣੀ ਦਾ ਮੁਆਵਜ਼ਾ ਤੁਹਾਨੂੰ 7 ਤੋਂ 10 ਰੁਪਏ ਤੱਕ ਮਿਲ ਜਾਂਦਾ ਹੈ। ਇਹ ਮੇਰਾ ਤੋਹਫਾ ਹੋਏਗਾ। ਚੰਗਾ, ਅਲਵਿਦਾ। ਤੁਹਾਡਾ ਮੁਲਾਕਾਤੀ ਨਈਮ। ਨਈਮ ਨੇ ਆਪਣੇ ਲਈ ਜ਼ੋਹਰਾ ਬਣਾਈ ਤੇ ਮਰ ਗਿਆ, ਤੇ ਮੈਂ ਆਪਣੇ ਲਈ ਇਸ ਕਹਾਣੀ ਦੀ ਰਚਨਾ ਕੀਤੀ ਤੇ ਜ਼ਿੰਦਾ ਹਾਂ। ਇਹ ਮੇਰੀ ਜ਼ਿਆਦਤੀ ਹੈ। ਧੰਨਵਾਦ।